ਧੰਨ ਗੁਰੂ ਅਰਜਨ ਸਾਹਿਬ ਮਹਾਰਾਜ जी ਜਤ ਦੀ ਵਿਆਖਿਆ ਕਰਦੇ ਹੋਏ 9 ਨੰਬਰ ਅਸ਼ਟਪਦੀ ਦੇ ਵਿੱਚ ਬਚਨ ਕਰ ਰਹੇ ਨੇ। ਕਹਿੰਦੇ ਮਿਥਿਆ ਨਾਹੀ ਰਸਨਾ ਪਰਸ। ਰਸਨਾ ਪਰਸ ਕਹਿੰਦੇ ਵੀ ਜੋ ਮਨੁੱਖ ਆਪਣੀ ਜ਼ੁਬਾਨ ਦੇ ਨਾਲ ਝੂਠ ਨੂੰ ਛੂੰਹਦਾ ਵੀ ਨਹੀਂ, ਪਰਸ ਕਹਿ ਲਈਏ ਵੀ ਸਪਰਸ਼ ਛੂ, ਵੀ ਆਪਣੀ ਜ਼ੁਬਾਨ ਦੇ ਨਾਲ ਝੂਠ ਨੂੰ ਛੂੰਹਦਾ ਵੀ ਨਹੀਂ, ਭਾਵ ਝੂਠ ਬੋਲਦਾ ਵੀ ਨਹੀਂ। ਜਤ ਮਿਥਿਆ ਨਾਹੀ ਰਸਨਾ ਪਰਸ ਕੀ ਕਰਦਾ? ਮਨ ਮਹਿ ਪ੍ਰੀਤ ਨਿਰੰਜਨ ਦਰਸ, ਪਰ ਤ੍ਰਿਆ ਰੂਪ ਨਾ ਭੇਖੈ ਨੇਤਰ। ਜਤ ਦੀ ਵਿਆਖਿਆ ਕਹਿੰਦੇ ਆਪਣੀਆਂ ਅੱਖਾਂ ਦੇ ਨਾਲ, ਪਹਿਲਾਂ ਜ਼ੁਬਾਨ ਦੇ ਨਾਲ ਝੂਠ ਨਹੀਂ ਬੋਲਦਾ, ਫਿਰ ਆਪਣੀਆਂ ਅੱਖਾਂ ਦੇ ਨਾਲ ਪਰਾਇਆ ਰੂਪ ਨਹੀਂ ਤੱਕਦਾ। ਜਦੋਂ ਦੂਸਰੇ ਰੂਪ ਨੂੰ ਵੇਖਦਾ ਤੇ ਕਿਹੜੀ ਭਾਵਨਾ ਨਾਲ ਦੇਖਦਾ? ਮਾਵਾਂ ਭੈਣਾਂ ਧੀਆਂ ਜਾਣੇ। ਪਰ ਤ੍ਰਿਆ ਰੂਪ ਨਾ ਭੇਖੈ ਨੇਤਰ, ਸਾਧ ਕੀ ਟਹਿਲ ਸੰਤ ਸੰਗ ਹੇਤ। ਫਿਰ ਕੰਨਾਂ ਦੀ ਗੱਲ ਆ ਗਈ, ਕਰਨ ਨਾ ਸੁਨੈ ਕਾਹੂ ਕੀ ਨਿੰਦਾ। ਕੰਨ ਕਿਸੇ ਦੀ ਨਿੰਦਿਆ ਹੀ ਨਹੀਂ ਸੁਣਦੇ। ਜਤ ਗਲਤ ਨਹੀਂ ਸੁਣਦਾ ਕੁਝ। ਕਰਨ ਨਾ ਸੁਨੈ ਕਾਹੂ ਕੀ ਨਿੰਦਾ, ਸਭ ਤੈ ਜਾਣੈ ਆਪਸ ਕੋ ਮੰਦਾ। ਆਪਣੇ ਆਪ ਨੂੰ ਮਾੜਾ ਸਮਝਦਾ। ਗੁਰ ਪ੍ਰਸਾਦ ਵਿਖਿਆ ਪਰ ਹਰੈ, ਗੁਰੂ ਦੀ ਕਿਰਪਾ ਨਾਲ ਆਪਣੇ ਜੀਵਨ ਦੇ ਵਿੱਚੋਂ ਮਾਇਆ ਦੇ ਪ੍ਰਭਾਵ ਨੂੰ ਹਟਾ ਦਿੰਦਾ ਹੈ। ਮਨ ਕੀ ਬਾਸ਼ਨਾ ਮਨ ਤੇ ਟਰੈ, ਤੇ ਜਿਹੜੇ ਮਨ ਦੀ ਵਾਸ਼ਨਾ ਹੈ ਉਹ ਮਨ ਤੋਂ ਟਰੈ, ਪਰੇ ਕਰ ਦਿੰਦਾ। ਇੰਦਰੀ ਜਿੱਤ ਪੰਚ ਦੋਖ ਤੇ ਰਹਿਤ, ਆਪਣੇ ਇੰਦਰੀਆਂ ਦੇ ਉੱਤੇ ਜਿੱਤ ਪ੍ਰਾਪਤ ਕਰਕੇ, ਆਪਣੇ ਇੰਦਰੀਆਂ ਨੂੰ ਵਸ ਵਿੱਚ ਕਰਕੇ ਜਿਹੜੇ 5 ਦੋਖ ਨੇ, 5 ਵਿਕਾਰ ਨੇ, ਉਹਨਾਂ ਤੋਂ ਬਚਿਆ ਰਹਿੰਦਾ। ਪਰ ਸਾਹਿਬ ਗੁਰੂ ਅਰਜਨ ਸਾਹਿਬ ਕਹਿੰਦੇ ਨਾਨਕ ਕੋਟ ਮਦੇ, ਕੋਟ ਮਦੇ ਵੀ ਕਰੋੜਾਂ ਵਿੱਚੋਂ, ਕੋ ਐਸਾ ਅਪਰਸ, ਕਹਿੰਦੇ ਕਰੋੜਾਂ ਵਿੱਚੋਂ ਇਹੋ ਜਿਹਾ ਕੋਈ ਅਪਰਸ ਹੈ, ਇਹੋ ਜਿਹਾ ਕੋਈ ਜਤੀ ਹੈ। ਇਸ ਕਰਕੇ ਜਤ ਦੀ ਵਿਆਖਿਆ ਕੀ ਹੈ ਕਿ ਆਪਣੀਆਂ ਅੱਖਾਂ ਦੇ ਨਾਲ ਮਾੜਾ ਵੇਖਦਾ ਨਹੀਂ, ਪਰ ਤ੍ਰਿਆ ਰੂਪ ਨਾ ਭੇਖੈ ਨੇਤਰ। ਆਪਣੀ ਰਸਨਾ ਦੇ ਨਾਲ ਮਾੜਾ ਬੋਲਦਾ ਨਹੀਂ। ਮਿਥਿਆ ਨਾ ਹੀ ਰਸਨਾ ਪਰਸ, ਆਪਣੇ ਕੰਨਾਂ ਨਾਲ ਨਿੰਦਿਆ ਸੁਣਦਾ ਨਹੀਂ, ਭੈੜਾ ਸੁਣਦਾ ਨਹੀਂ। ਕਰਨ ਨਾ ਸੁਨੈ ਕਾਹੂ ਕੀ ਨਿੰਦਾ, ਮਨ ਕੀ ਬਾਸ਼ਨਾ ਮਨ ਤੇ ਟਰੈ, ਇੰਦਰੀ ਜਿੱਤ ਪੰਚ ਦੋਖ ਤੇ ਰਹਿਤ। ਪਰ ਸਾਹਿਬ ਕਹਿੰਦੇ ਐਸੇ ਜਤੀ ਵਿਰਲੇ ਨੇ, ਨਾਨਕ ਕੋਟ ਮਦੇ ਕੋ ਐਸਾ ਅਪਰਸ। ਪਰ ਦੁਨੀਆ ਦੇ ਇਤਿਹਾਸ ਵਿੱਚ ਜਤੀ ਕਹਿ ਦਿੱਤਾ ਗਿਆ ਜਿਹੜਾ ਵਿਆਹ ਨਾ ਕਰਵਾਵੇ, ਜਿਹੜਾ ਵਿਆਹ ਨਾ ਕਰਾਏ, ਕਹਿੰਦੇ ਜੀ ਇਹ ਜਤੀ ਨੇ। ਪਰ ਗੁਰੂ ਬਾਬੇ ਦੀ ਬਾਣੀ ਨੇ ਕਿਹਾ, ਕਹਿੰਦੇ ਨਾ, ਇਹ ਨਹੀਂ ਕਿ ਜੇ ਵਿਆਹ ਨਹੀਂ ਕਰਾਇਆ ਤੇ ਕੋਈ ਜਤੀ ਹੋ ਗਿਆ। ਜਤੀ ਤਾਂ ਹੈ ਜੇ ਉਸਨੇ ਆਪਣੇ ਇੰਦਰੀਆਂ ਨੂੰ ਕਾਬੂ ਵਿੱਚ ਰੱਖਿਆ ਹੋਇਆ। ਤੇ ਜੇ ਵਿਆਹ ਨਾ ਕਰਵਾ ਕੇ ਵੀ ਬੰਦਾ ਆਪਣੇ ਇੰਦਰੀਆਂ ਨੂੰ ਕਾਬੂ ਵਿੱਚ, ਕੱਲਾ ਇੱਥੇ ਵਿਆਹ ਕਰਵਾ ਕੇ ਕਾਮ ਵਾਸ਼ਨਾ ਦੀ ਗੱਲ ਥੋੜਾ, ਇੱਥੇ ਤੇ ਅੱਖਾਂ ਨਾਲ ਮਾੜਾ ਦੇਖਣ ਦੀ ਗੱਲ ਵੀ, ਕੰਨਾਂ ਨਾਲ ਮਾੜਾ ਸੁਣਨ ਦੀ ਗੱਲ ਵੀ, ਜੇਬਾਂ ਨਾਲ ਮਾੜਾ ਬੋਲਣ ਦੀ, ਚੱਖਣ ਦੀ ਗੱਲ ਵੀ, ਬੜਾ ਕੁਝ ਆ ਜਾਂਦਾ। ਕੱਲੇ ਵਿਆਹ ਦੀ ਗੱਲ ਥੋੜਾ। ਪਰ ਦੁਨੀਆ ਨੇ ਕਹਿ ਦਿੱਤਾ ਕਿ ਜੇ ਕੋਈ ਵਿਆਹ ਨਹੀਂ ਕਰਾਉਂਦਾ ਉਹ ਜਤੀ ਹੈ। ਤੇ ਗੁਰੂ ਬਾਬੇ ਦੀ ਬਾਣੀ ਨੇ ਕੀ ਕਿਹਾ? ਸਭ ਕਹਿੰਦੇ ਬਿੰਦ ਰਾਖ ਜੋ ਤਰੀਏ ਭਾਈ, ਖੁਸਰੈ ਕਿਉਂ ਨਾ ਪਰਮਗਤ ਪਾਈ। ਸਭ ਕਹਿੰਦੇ ਜੇ ਬਿੰਦ ਨੂੰ ਸਰੀਰ ਵਿੱਚ ਧਾਰਨ ਕਰਕੇ ਇਹਨਾਂ ਯਤਨਾਂ ਦੇ ਨਾਲ ਹੀ ਪਰਮਾਤਮਾ ਦੀ ਪ੍ਰਾਪਤੀ ਹੋਣੀ ਆ, ਫਿਰ ਤੇ ਸਭ ਤੋਂ ਪਹਿਲਾਂ ਖੁਸਰੇ ਨੂੰ ਜਤੀ ਕਹਿਣਾ ਚਾਹੀਦਾ, ਕਿਉਂਕਿ ਉਹ ਵੀ ਆਪਣੇ ਸਰੀਰ ਨੂੰ ਸੰਭਾਲ ਕੇ ਰੱਖਦਾ। ਬਿੰਦ ਦੇ ਤੌਰ ਤੇ ਉਹ ਬਿੰਦ ਆਪਣੇ ਸਰੀਰ ਦੇ ਵਿੱਚ ਸੰਭਾਲ ਕੇ ਰੱਖਦਾ। ਸਭ ਕਹਿੰਦੇ ਫਿਰ ਤੇ ਜਿਹੜਾ ਖੁਸਰਾ, ਉਹਨੂੰ ਪਰਮ ਗਤੀ ਮਿਲਣੀ ਚਾਹੀਦੀ, ਉਹ ਜਤੀ ਹੋਣਾ ਚਾਹੀਦਾ। ਸਭ ਤੋਂ ਵੱਡਾ ਜਤੀ ਫਿਰ ਉਹ ਹੈ। ਇਸ ਕਰਕੇ ਜਤੀ ਦਾ ਅਰਥ ਇਹ ਨਹੀਂ ਕਿ ਜਿੰਨੇ ਵਿਆਹ ਨਹੀਂ ਕਰਾਇਆ, ਜੇ ਕਿਸੇ ਨੇ ਵਿਆਹ ਨਹੀਂ ਕਰਾਇਆ ਉਹਨੂੰ ਮੁਬਾਰਕ ਹੈ, ਉਹਦੀ ਮਰਜ਼ੀ ਹੈ, ਇਹ ਉਹਦਾ ਪਰਸਨਲ ਮੈਟਰ ਹੈ। ਪਰ ਇਹ ਨਹੀਂ ਕਿ ਜੇ ਵਿਆਹ ਨਹੀਂ ਕਰਾਇਆ ਤੇ ਉਹ ਜਤੀ ਹੈ। ਗੁਰੂ ਬਾਬੇ ਦੀਆਂ ਨਜ਼ਰਾਂ ਵਿੱਚ ਜਤੀ ਕੌਣ ਹੈ? ਜਿਹਨੇ ਆਪਣੇ ਇੰਦਰੀਆਂ ਨੂੰ ਵਸ ਵਿੱਚ ਕੀਤਾ ਹੋਇਆ ਹੈ। ਤੇ ਸਾਹਿਬ ਕਹਿੰਦੇ ਜਿਹਨੇ ਆਪਣੇ ਇੰਦਰੀਆਂ ਨੂੰ ਵਸ ਵਿੱਚ ਕਰ ਲਿਆ ਉਹ ਕੀ ਹੈ? ਪਹਾਰਾ। ਇਹ ਹੈ ਸੁਨਿਆਰੇ ਦੀ ਦੁਕਾਨ, ਜਤ ਪਹਾਰਾ। ਫਿਰ ਅੱਗੇ ਸ਼ਬਦ ਹੈ ਧੀਰਜ ਸੁਨਿਆਰ। ਧੀਰਜ ਜੀਵਨ ਦੇ ਵਿੱਚ ਅਹਿਮ ਕੜੀ ਹੈ। ਹੁਣ ਸੋਚੋ ਜੇ ਸੁਨਿਆਰੇ ਦੇ ਵਿੱਚ ਧੀਰਜ ਨਾ ਹੋਵੇ
ਉਹ ਗਹਿਣਾ ਤਿਆਰ ਕਰ ਸਕਦਾ? ਸਾਡੇ ਘਰਾਂ ਵਿੱਚ ਕੋਈ ਸੋਨੇ ਦਾ ਗਹਿਣਾ ਪਿਆ ਹੋਵੇ, ਹੱਥ ਵਿੱਚ ਫੜ ਕੇ ਦੇਖੋ ਉਹਨੇ ਕਿੰਨੀ ਮਿਹਨਤ ਦੇ ਨਾਲ ਉਹਨੂੰ ਤਿਆਰ ਕੀਤਾ ਹੈ। ਉਹਦੇ ਜਿਹੜੇ ਡਿਜ਼ਾਈਨ ਨੇ ਕਿਵੇਂ ਮਿਹਨਤ ਦੇ ਨਾਲ ਤਿਆਰ ਕੀਤੇ ਨੇ, ਕਿੰਨੀ ਉਹਨੇ ਹੱਥ ਦੀ ਮਿਹਨਤ ਦਿਖਾਈ ਹੈ। ਤੇ ਜੇ ਸੁਨਿਆਰਾ ਕਾਲਾ ਪੈ ਜੇ, ਜੇ ਸੁਨਿਆਰਾ ਜਲਦਬਾਜ਼ੀ ਕਰੇ, ਜੇ ਉਹ ਸੁਨਿਆਰਾ ਜ਼ੋਰ ਦੀ ਸੱਟ ਮਾਰੇ, ਤੇ ਉਹ ਗਹਿਣਾ ਕਦੀ ਤਿਆਰ ਹੀ ਨਹੀਂ ਕਰ ਸਕਦਾ। ਸੁਨਿਆਰੇ ਦੇ ਵਿੱਚ ਧੀਰਜ ਹੈ, ਹੌਸਲਾ ਹੈ, ਜਿਹਦੇ ਕਰਕੇ ਉਹ ਸੁਨਿਆਰਾ ਕੀਮਤੀ ਗਹਿਣਾ ਘੜ ਦਿੰਦਾ ਹੈ। ਪਰ ਜੇ ਸੁਨਿਆਰੇ ਦੇ ਵਿੱਚ ਧੀਰਜ ਨਹੀਂ ਹੋਏਗਾ, ਉਹ ਸੁਨਿਆਰਾ ਕਦੀ ਵੀ ਕੀਮਤੀ ਗਹਿਣੇ ਨੂੰ ਜਨਮ ਨਹੀਂ ਦੇ ਸਕਦਾ, ਕਦੀ ਵੀ ਕੀਮਤੀ ਗਹਿਣੇ ਦੀ ਘਾੜਤ ਨਹੀਂ ਘੜ ਸਕਦਾ। ਸਭ ਕਹਿੰਦੇ ਆਪਣੇ ਜੀਵਨ ਦੇ ਵਿੱਚ ਧੀਰਜ ਹੋਵੇ, ਇਹ ਸੁਨਿਆਰਾ ਬਣਾਵੇ, ਭਾਵ ਆਪਣੇ ਜੀਵਨ ਦੇ ਵਿੱਚ ਧੀਰਜ ਧਾਰਨ ਕਰੇ। ਜਲਦਬਾਜ਼ੀ ਤੇ ਜਿਹੜੀ ਕਾਹਲੀ ਆ, ਇਹ ਮਨੁੱਖ ਦੇ ਕੋਲੋਂ ਭੁੱਲਾਂ ਕਰਵਾ ਦਿੰਦੀ ਹੈ। ਜਲਦਬਾਜ਼ੀ, ਸੁਨਿਆਰਾ ਜਲਦਬਾਜ਼ੀ ਕਰੇਗਾ, ਕਾਹਲੀ ਕਰੇਗਾ, ਗਲਤੀ ਹੋਏਗੀ, ਕੁਦਰਤੀ ਗੱਲ ਹੈ, ਨਹੀਂ ਘਾੜਤ ਘੜ ਸਕਦਾ ਉਹ ਗਹਿਣੇ ਦੀ ਸੋਹਣੀ ਵਧੀਆ। ਤੇ ਜਲਦਬਾਜ਼ੀ ਦੇ ਵਿੱਚ ਗਿਆਨ ਤੇ ਧਿਆਨ ਮਨੁੱਖ ਦਾ ਕਦੀ ਗਹਿਰਾ ਨਹੀਂ ਬਣ ਸਕਦਾ। ਜੇ ਜਲਦਬਾਜ਼ੀ ਕਰ ਰਿਹਾ ਨਾ, ਭਾਵੇਂ ਜਿੰਨੀਆਂ ਮਰਜ਼ੀ ਗਿਆਨ ਦੀਆਂ ਗੱਲਾਂ ਕਰੀ ਜਾਏ, ਧਿਆਨ ਦੀਆਂ ਗੱਲਾਂ ਕਰੀ ਜਾਏ, ਉਹ ਗਿਆਨ ਤੇ ਧਿਆਨ ਦੀ ਪ੍ਰਾਪਤੀ ਨਹੀਂ ਕਰ ਸਕਦਾ ਜੇ ਉਹ ਕਾਹਲੀ ਕਰ ਰਿਹਾ ਹੈ। ਕਈ ਵਾਰੀ ਆਪਣੇ ਜੀਵਨ ਵਿੱਚ ਵੇਖੀਏ, ਜਲਦਬਾਜ਼ੀ ਦੇ ਵਿੱਚ ਕਈ ਵਾਰੀ ਆਪਾਂ ਨਹੀਂ ਭੁੱਲਾਂ ਕਰ ਜਾਂਦੇ। ਬਹੁਤ ਹੀ ਜਲਦੀ ਹੋਵੇ, ਬੜੀ ਕਾਹਲੀ ਹੋਵੇ, ਆਪਾਂ ਜਲਦੀ ਦੇ ਵਿੱਚੋਂ ਆਪਣੇ ਘਰੋਂ ਨਿਕਲੇ ਆ, ਬਹੁਤ ਤੇਜ਼ੀ ਦੇ ਨਾਲ ਘਰੋਂ ਨਿਕਲੇ ਆ, ਵੀ ਲੇਟ ਹੋ ਗਏ ਕਾਹਲੀ ਦੇ ਵਿੱਚ। ਤੇ ਕਈ ਵਾਰੀ ਉਦੋਂ ਆਪਾਂ ਜਿਹੜਾ ਕੋਈ ਸਮਾਨ ਜ਼ਰੂਰੀ ਲੈ ਕੇ ਨਾਲ ਜਾਣਾ ਹੁੰਦਾ, ਭੁੱਲ ਜਾਂਦੇ ਆ। ਕੋਈ ਜ਼ਰੂਰੀ ਕਾਗਜ਼ਾਤ ਲੈ ਕੇ ਜਾਣਾ, ਕੋਈ ਸਮਾਨ ਲੈ ਕੇ ਜਾਣਾ, ਭੁੱਲ ਜਾਂਦੇ ਆ। ਫਿਰ ਆਪਾਂ ਕਹਿੰਦੇ ਮੈਂ ਕਾਹਲੀ ਵਿੱਚ ਨਿਕਲ ਆਇਆ, ਮੈਂ ਜਲਦਬਾਜ਼ੀ ਵਿੱਚ ਨਿਕਲ ਆਇਆ। ਇਹਦਾ ਮਤਲਬ ਜਲਦਬਾਜ਼ੀ, ਕਾਹਲੀ ਜਿਹੜੀ ਹੈ, ਉਹ ਭੁੱਲਾਂ ਕਰਵਾ ਦਿੰਦੀ ਹੈ। ਤੇ ਜੇ ਕੋਈ ਧਰਮ ਗ੍ਰੰਥ ਪੜ੍ਹਦਾ ਵੀ ਕਾਹਲੀ ਕਰੀ ਜਾਏ, ਪਾਠ ਕਰਦਾ ਵੀ ਕਾਹਲੀ ਕਰੀ ਜਾਏ, ਬਾਬਾ ਜੀ ਬਾਣੀ ਵਿੱਚ ਕਹਿੰਦੇ ਕਾਹਲੀ ਦੇ ਨਾਲ ਗਿਆਨ ਦੀ ਪ੍ਰਾਪਤੀ ਨਹੀਂ ਹੋ ਸਕਦੀ। ਤਾਂ ਹੀ ਤੇ ਬਾਬਾ ਕਬੀਰ ਸਾਹਿਬ ਜੀ ਨੇ ਕਿਹਾ, ਹਰ ਕਾ ਬਿਲੋਵ ਨਾ ਬਿਲੋਵੋ ਮੇਰੇ ਭਾਈ, ਪਰ ਕਿਵੇਂ? ਸਹਿਜ ਬਿਲੋਵੋ ਜੈਸੇ ਤਤ ਨਾ ਜਾਈ। ਕਹਿੰਦੇ ਸਹਿਜ ਦੇ ਨਾਲ, ਧੀਰਜ ਦੇ ਨਾਲ, ਹੌਸਲੇ ਦੇ ਨਾਲ, ਤਾਂ ਕਿ ਤਤ ਨਾ ਜਾਏ। ਜੇ ਉਹ ਮੇਰੀਆਂ ਮਾਤਾਵਾਂ ਭੈਣਾਂ ਜਦੋਂ ਦੁੱਧ ਰਿੜਕਦੀਆਂ ਸੀ ਨਾ, ਬੜੇ ਧੀਰਜ ਦੇ ਨਾਲ ਮਧਾਣੀ ਨੂੰ ਰਿੜਕਦੀਆਂ ਸੀ, ਬੜੇ ਧਿਆਨ ਦੇ ਨਾਲ ਉਹ ਰੱਸੀ ਨੂੰ ਖਿੱਚਦੀਆਂ ਸੀ, ਤਾਂ ਕਿ ਕਿਤੇ ਜ਼ੋਰ ਦੀ ਨਾ ਖਿੱਚਿਆ ਜਾਏ, ਤੇਜ਼ੀ ਦੇ ਨਾਲ ਉਹ ਮਧਾਣੀ ਨਾ ਚੱਲੇ, ਜਿਹਦੇ ਨਾਲ ਕਿਤੇ ਮੱਖਣ ਹੀ ਬਾਹਰ ਨਿਕਲ ਜਾਏ, ਦੁੱਧ ਬਾਹਰ ਨਿਕਲ ਜਾਏ, ਡੁੱਲ ਜਾਏ ਨਾ। ਬੜੇ ਸਹਿਜ ਦੇ ਨਾਲ, ਬੜੇ ਧੀਰਜ ਦੇ ਨਾਲ। ਤੇ ਬਾਬਾ ਜੀ ਕਹਿੰਦੇ ਸਹਿਜ ਬਿਲੋਵੋ ਜੈਸੇ ਤਤ ਨਾ ਜਾਈ। ਜਿਵੇਂ ਉਹ ਦੁੱਧ ਰਿੜਕਣ ਲੱਗਿਆਂ ਸਹਿਜ ਵਰਤਿਆ ਜਾਂਦਾ ਭੈਣਾਂ ਦੇ ਵੱਲੋਂ, ਸਾਹਿਬ ਕਹਿੰਦੇ ਪਰਮਾਤਮਾ ਨੂੰ ਯਾਦ ਕਰਨ ਲੱਗਿਆਂ ਵੀ ਸਹਿਜ ਵਰਤੋ। ਆਪਾਂ ਜਪਜੀ ਸਾਹਿਬ ਦੀ ਅੱਜ 38 ਨੰਬਰ ਪੌੜੀ ਦੀ ਵਿਚਾਰ ਕਰ ਰਹੇ ਹਾਂ। ਕਈ ਵਾਰ ਆਪਾਂ ਵੀ ਤੇ ਜਪਜੀ ਸਾਹਿਬ ਪੜ੍ਹਦੇ ਹਾਂ ਇੰਨੀ ਤੇਜ਼ੀ ਵਰਤ ਜਾਂਦੇ ਹਾਂ। ਜਿਸ ਜਪਜੀ ਸਾਹਿਬ ਦੀ ਬਾਣੀ ਦੇ ਵਿੱਚ ਗੁਰੂ ਸਾਹਿਬ ਨੇ ਇੰਨਾ ਵੱਡਾ ਗਿਆਨ ਬਖਸ਼ਿਆ ਹੋਵੇ, ਆਪਾਂ ਗਿਆਨ ਨੂੰ ਛੱਡ ਕੇ ਕੇਵਲ ਇੱਕ ਪਾਠ ਕਰਨ ਦੀ ਜਿਹੜੀ ਰੂਟੀਨ ਹੈ ਉਹਨੂੰ ਪਗਾਉਣ ਦਾ ਯਤਨ ਕਰਦੇ ਹਾਂ। ਜਦ ਕਿ ਚਾਹੀਦਾ ਇਹ ਆ ਕਿ ਅਸੀਂ ਬਾਣੀ ਨੂੰ ਇੰਨੇ ਸਹਿਜ ਨਾਲ ਪੜ੍ਹੀਏ ਵੀ ਇਹਦੇ ਵਿੱਚੋਂ ਕਿਤੇ ਤੱਤ ਨਾ ਚਲਾ ਜਾਏ, ਕਿਤੇ ਬਾਣੀ ਦੀ ਕੋਈ ਐਸੀ ਪੰਕਤੀ ਨਿਕਲ ਨਾ ਜਾਏ ਜਿਹੜੀ ਸਾਡੀ ਮੱਤ ਦੇ ਵਿੱਚ ਕੁਝ ਗਿਆਨ ਨਾ ਦੇ ਕੇ ਜਾਏ। ਪਰ ਮੈਂ ਕਈ ਵਾਰੀ ਸੁਣਦਾ ਵੀ ਹਾਂ ਕਿ ਪਤਾ ਹੀ ਨਹੀਂ ਜੀ ਲੱਗਾ ਕਦੋਂ ਅਸੀਂ ਜਪਜੀ ਸਾਹਿਬ ਪੜ੍ਹਦੇ ਰਹਿ ਰਸ ਕਰ ਗਏ। ਕਾਰਨ ਕੀ ਆ? ਕਾਹਲੀ। ਜਪਜੀ ਸਾਹਿਬ ਪੜ੍ਹਦਿਆਂ ਸੋ ਪਾਤਸ਼ਾਹ ਸ਼ਾਹ ਪਤ ਸਾਹਿਬ ਨਾਨਕ ਰਹਿਣ ਰਜ਼ਾਈ, ਆਉਣਾ ਤੇ ਅਸੀਂ ਮੁੰਦਾਂ ਸੰਤੋਖ ਸ਼ਰਮਪਤ ਝੋਲੀ ਤੇ, ਆ ਗਿਆ ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ। ਇਹਦਾ ਮਤਲਬ ਕਾਹਲੀ। ਗੁਰੂ ਬਾਬਾ ਜੀ ਕਹਿੰਦੇ ਨਹੀਂ, ਉਹ ਅਕਾਲ ਪੁਰਖ ਪਰਮਾਤਮਾ ਉਹਦੀ ਵਡਿਆਈ ਕਰਨ ਲੱਗਿਆਂ
ਉਹਨੂੰ ਯਾਦ ਕਰਨ ਲੱਗਿਆਂ, ਉਹਨੂੰ ਚੇਤੇ ਕਰਨ ਲੱਗਿਆਂ ਵੀ ਸਾਡੇ ਜੀਵਨ ਵਿੱਚ ਧੀਰਜ ਹੋਵੇ। ਸਾਡੇ ਜੀਵਨ ਵਿੱਚ ਧੀਰਜ ਦੁਨਿਆਵੀ ਕਾਰਜ ਕਰਨ ਲੱਗਿਆਂ ਹੋਵੇ। ਹਰ ਇੱਕ ਕਾਰਜ ਲਈ ਸਾਡੇ ਜੀਵਨ ਵਿੱਚ ਧੀਰਜ ਦੀ ਲੋੜ ਹੈ। ਭਾਵੇਂ ਧਰਮ ਦਾ ਕਾਰਜ ਹੈ, ਭਾਵੇਂ ਸੰਸਾਰ ਦਾ ਕਾਰਜ ਹੈ, ਪਰਿਵਾਰ ਦਾ ਕਾਰਜ ਹੈ, ਜੀਵਨ ਵਿੱਚ ਧੀਰਜ ਹੋਏਗਾ ਤੇ ਕਾਮਯਾਬੀ ਹੈ। ਤੇ ਗੁਰੂ ਬਾਬਾ ਜੀ ਨੇ ਇੱਥੇ ਕਿਹਾ ਧੀਰਜ ਸੁਨਿਆਰ ਜਤ ਪਹਾਰਾ। ਆਪਣੇ ਇੰਦਰੀਆਂ ਨੂੰ ਕਾਬੂ ਵਿੱਚ ਕਰਕੇ ਰੱਖਣਾ ਇਹ ਸੁਨਿਆਰੇ ਦੀ ਦੁਕਾਨ ਹੈ, ਤੇ ਆਪਣੇ ਜੀਵਨ ਵਿੱਚ ਧੀਰਜ ਨੂੰ ਧਾਰਨ ਕਰਕੇ ਰੱਖਣਾ ਇਹ ਕੀ ਹੈ? ਸੁਨਿਆਰਾ ਹੈ। ਇਹਨੂੰ ਗੁਰੂ ਬਾਬਾ ਜੀ ਨੇ ਸੁਨਿਆਰਾ ਕਿਹਾ। ਭਾਵ ਇਹ ਜਿਹੜਾ ਧੀਰਜ ਹੈ ਇਹ ਸਾਡੇ ਜੀਵਨ ਦੀ ਘਾੜਤ ਨੂੰ ਘੜਦਾ। ਜਿਵੇਂ ਸੁਨਿਆਰਾ ਗਹਿਣੇ ਨੂੰ ਘੜਦਾ, ਇਹ ਧੀਰਜ ਸਾਡੇ ਜੀਵਨ ਦੀ ਘਾੜਤ ਨੂੰ ਘੜਦਾ। ਇਹ ਹੌਸਲਾ ਸਾਡੇ ਜੀਵਨ ਦੀ ਘਾੜਤ ਨੂੰ ਘੜਦਾ, ਜਿਹਦੇ ਵਿੱਚੋਂ ਕੀਮਤੀ ਜੀਵਨ ਰੂਪੀ ਗਹਿਣਾ ਜਨਮ ਲੈਂਦਾ ਹੈ।